हेलो एवरीवन एंड वेलकम बैक टू एनीबडी कैन लर्न जीके। ਅੱਜ ਆਪਾਂ ਆਪਣੀ ਸੀਰੀਜ਼ ਮੋਸਟ ਰਿਪੀਟਡ ਐਂਡ ਬੇਸਿਕ ਜੀਕੇ ਕੁਐਸਚਨ ਜਿਹੜੇ ਕਿ ਤੁਹਾਨੂੰ ਹੈਲਪ ਕਰੇਗੀ ਐਕਸਾਈਜ਼ ਇੰਸਪੈਕਟਰ ਪੰਜਾਬ ਪਟਵਾਰੀ ਤੇ ਪੰਜਾਬ ਪੁਲਿਸ ਦੇ ਐਗਜ਼ਾਮ ਦੇ ਵਿੱਚ। ਤਾਂ ਉਹਦਾ ਆਪ ਦੇਖਾਂਗੇ ਪਾਰਟ ਸੈਕੰਡ। ਤੇ ਤੁਸੀਂ ਮੇਰੀ ਹੋਰ ਵੀ ਵੀਡੀਓਜ਼ ਦੇਖ ਸਕਦੇ ਹੋ ਆ ਹੈਸ਼ਟੈਗ ਯੂਜ਼ ਕਰਕੇ ਸਟੱਡੀ ਵਿਦ ਸੁਨੀਲ ਜਿੰਦਲ। ਤਾਂ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਉਹ ਹੈਗਾ ਜੀ ਦ ਫਸਟ ਟਿਊਜ਼ਡੇ ਆਫ ਮੇ ਇਜ਼ ਓਬਜ਼ਰਵਡ ਐਜ਼, यानी कि ਜਿਹੜਾ ਮਈ ਮਹੀਨੇ ਦਾ ਦੂਜਾ ਫਸਟ ਟਿਊਜ਼ਡੇ ਹੁੰਦਾ ਮੰਗਲਵਾਰ ਹੁੰਦਾ ਹੈਗਾ ਉਹ ਆਪਾਂ ਕਿਸ ਚੀਜ਼ ਨਾਲ ਐਬਜ਼ਰਵ ਕਰਦੇ ਹਾਂ, ਕਿਹੜਾ ਡੇ ਮਨਾਉਂਦੇ ਹਾਂ ਉਸ ਦਿਨ ਜੀ। ਤਾਂ ਉਸ ਦਿਨ ਆਪਾਂ ਮਨਾਉਂਦੇ ਹਾਂ ਜੀ ਵਰਲਡ ਐਸਥਮਾ ਡੇ ਇਜ਼ ਐਬਜ਼ਰਵਡ ਐਵਰੀ ਈਅਰ ਔਨ ਦਾ ਫਸਟ ਟਿਊਜ਼ਡੇ ਆਫ ਮੇ। ਕਾਹਦੇ ਵਾਸਤੇ? ਟੂ ਸਪਰੈਡ ਅਵੇਅਰਨੈਸ ਐਂਡ ਕੇਅਰ ਅਬਾਊਟ ਅਸਥਮਾ ਇਨ ਦਾ ਵਰਲਡ। ਤਾਂ ਦੈਟ ਮੀਨਸ ਆ ਟੋਟਲੀ ਅਸਥਮਾ ਨਾਲ ਰਿਲੇਟ ਕਰਦਾ ਹੈ ਤੇ ਫਸਟ ਟਾਈਮ ਆ ਮਨਾਇਆ ਗਿਆ ਸੀਗਾ 98 ਦੇ ਵਿੱਚ। ਤਾਂ ਇਸ ਹਿਸਾਬ ਨਾਲ ਆਪਣਾ ਆਨਸਰ ਹੋ ਜਾਊਗਾ ऑप्शन नंबर सी वर्ल्ड एस्थमा डे। नैक्सट क्वेश्चन गल कर रहा है द आयरन पिलर नीयर कुतुब मीनार ड्रॉज अटेंशन ऑफ साइंटिस्ट ड्यू टू। जेकर तुसी लोग कुतुब मीनार गए होंगे तो तुहानूं देखिया होना इदां दा भी कुतुब मीनार दे साइड दे विच ना एक पिलर बनया होया इदां दा। ਤਾਂ ਸਾਇੰਟਿਸਟ ਦੀ ਇਹਦੇ ਉੱਪਰ ਅਟੈਂਸ਼ਨ ਕਿਉਂ ਹੈ, ਕਿਸ ਕਰਕੇ ਹੈ? ਐਂਟੀਕੁਇਟੀ ਕਰਕੇ, ਗਲਿਟਰ ਕਰਕੇ, ਦੀ ਹਾਰਡਨੈਸ ਕਰਕੇ ਜਾਂ ਫਿਰ ਹਾਈ ਰੈਜ਼ਿਸਟੈਂਸ ਕਰਕੇ। ਤਾਂ ਬੇਸਿਕਲੀ ਜਿਹੜੀ ਸਾਇੰਟਿਸਟ ਦੀ ਤਾਂ ਨਜ਼ਰ ਹੈ ਉਹ ਹੈਗੀ ਹਾਈ ਰੈਜ਼ਿਸਟੈਂਸ। ਕਾਹਦੇ ਵਾਸਤੇ ਰੈਜ਼ਿਸਟੈਂਟ? ਕਰੋਜ਼ਨ ਨੂੰ। ਕਰੋਜ਼ਨ ਮਤਲਬ ਕਿ ਜੰਗ ਨੂੰ। ਯਾਨੀ ਕਿ ਇਸ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਕਿ ਆ ਬਹੁਤ ਯਾਨੀ ਕਿ 1200 ਈਸਵੀ ਦੇ ਵਿੱਚ ਬਣਿਆ ਸੀਗਾ ਅਤੇ ਅੱਜ ਤੱਕ ਇਹਦੇ ਉੱਪਰ ਨਾ ਜੰਗ ਨਹੀਂ ਲੱਗਿਆ ਹੈਗਾ। ਤਾਂ ਜੰਗ ਦੇ ਲਈ ਹਾਈ ਰੈਜ਼ਿਸਟਿਵ ਯਾਨੀ ਕਿ ਤੇ ਜੰਗ ਨਹੀਂ ਲੱਗਣਾ। ਤਾਂ ਇਸੇ ਕਰਕੇ ਇਹਦੀ ਜਿਹੜੀ ਹੈ ਇਹ ਸਾਇੰਟਿਸਟ ਲਈ ਇਹਦੀ ਇੱਕ ਅੱਛੀ ਅਟੈਂਸ਼ਨ ਬਣਦੀ ਹੈ। ਤਾਂ ਇਸ ਹਿਸਾਬ ਨਾਲ ਆਨਸਰ ਹੋ ਜਾਊਗਾ ਆਪਣਾ ਆਪਸ਼ਨ ਨੰਬਰ ਡੀ। ਕੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਕੁਤੁਬ ਮੀਨਾਰ ਆਪਾਂ ਸਭ ਨੂੰ ਪਤਾ ਹੈ ਕਿ ਕੁਤੁਬਦੀਨ ਐਬਕ ਨੇ ਬਣਵਾਈ ਸੀਗੀ, ਲੇਕਿਨ ਉਹ ਕਿਹੜੀ ਡਾਇਨੈਸਟੀ ਤੋਂ ਬਿਲੋਂਗ ਕਰਦਾ ਸੀਗਾ? ਕੀ ਮੈਨੂੰ ਕੋਈ ਦੱਸ ਸਕਦਾ ਕਮੈਂਟ ਸੈਕਸ਼ਨ ਦੇ ਵਿੱਚ? ਕਾਫੀ ਈਜ਼ੀ ਕੁਐਸਚਨ ਹੈ ਅਤੇ ਮੈਨੂੰ ਪਤਾ ਹੈ ਬਹੁਤ ਹੀ ਘੱਟ ਹੀ ਬੱਚੇ ਇਹਦਾ ਆਨਸਰ ਦੇ ਪਾਉਣਗੇ, ਲੇਕਿਨ ਬਹੁਤ ਹੀ ਈਜ਼ੀ ਕੁਐਸਚਨ ਹੈਗਾ ਹਾਂ। ਨੈਕਸਟ ਗੱਲ ਆਪਾਂ ਕਰਦੇ ਹਾਂ ਲਾਰਜੈਸਟ ਇੰਡੀਅਨ ਸਟੇਟ ਇਨ ਦਾ ਟਰਮ ਆਫ ਏਰੀਆ, ਯਾਨੀ ਕਿ ਜਿਹੜਾ ਆਪਣਾ ਇੰਡੀਆ ਦਾ ਮੈਪ ਹੈ ਉਹਦੇ ਵਿੱਚ ਕਿਹੜਾ ਸਟੇਟ ਹੈ ਜਿਹਦਾ ਏਰੀਆ ਦੇ ਹਿਸਾਬ ਨਾਲ ਸਭ ਤੋਂ ਵੱਡਾ ਹੈ। ਆ ਪੋਪੂਲੇਸ਼ਨ ਦੇ ਹਿਸਾਬ ਨਾਲ ਨਹੀਂ ਪੁੱਛ ਰਿਹਾ, ਮੈਂ ਏਰੀਆ ਦੇ ਹਿਸਾਬ ਨਾਲ ਪੁੱਛ ਰਿਹਾ। ਤਾਂ ਮੈਂ ਵਿਕੀਪੀਡੀਆ ਤੋਂ ਇੱਕ ਹਲਕਾ ਜਿਹਾ ਟੇਬਲ ਕੱਢ ਲਿਆ ਸੀਗਾ ਜਿਹਦੇ ਵਿੱਚ ਕਹਿ ਰਿਹਾ ਕਿ ਰਾਜਸਥਾਨ ਜਿਹੜਾ ਹੈ ਉਹ ਏਰੀਆ ਦੇ ਹਿਸਾਬ ਨਾਲ ਸਭ ਤੋਂ ਵੱਡਾ ਜਿਹੜਾ ਸਟੇਟ ਹੈਗਾ। ਇਹਦਾ ਕਿੰਨਾ ਏਰੀਆ ਹੈਗਾ ਜੀ? 3,42,240 ਕਿਲੋਮੀਟਰ ਸਕੁਏਅਰ ਕਿਲੋਮੀਟਰ ਜਿਹੜਾ ਪੈਂਦਾ। ਫਿਰ ਗੱਲ ਆਉਂਦੀ ਹੈ ਮੱਧ ਪ੍ਰਦੇਸ਼ ਦੀ, ਫਿਰ ਮਹਾਰਾਸ਼ਟਰ, ਫਿਰ ਚੌਥੇ ਨੰਬਰ 'ਤੇ ਯੂਪੀ, ਫਿਰ ਆਉਂਦਾ ਹੈ ਜੀ ਗੁਜਰਾਤ। ਤਾਂ ਇਸ ਕੁਐਸਚਨ ਦਾ ਆਨਸਰ ਕੀ ਹੋ ਜਾਊਗਾ ਉਸ ਹਿਸਾਬ ਨਾਲ? ਆ ਹੋ ਜਾਊਗਾ ਜੀ ਆਪਸ਼ਨ ਨੰਬਰ ਸੀ ਰਾਜਸਥਾਨ। ਮੂਵਿੰਗ ਔਨ ਟੂ ਦ ਨੈਕਸਟ, ਵੈਨ ਏਅਰ ਇਜ਼ ਸੈਚੂਰੇਟਡ ਇਟ ਕੈਨ ਨਾਟ ਹੋਲਡ। ਕਹਿ ਰਿਹਾ ਜਦੋਂ ਏਅਰ ਸੈਚੂਰੇਟਡ ਹੋ ਜਾਂਦੀ ਹੈ ਤਾਂ ਉਹ ਕੀ ਨਹੀਂ ਪਕੜ ਸਕਦੀ? ਹੋਰ ਜ਼ਿਆਦਾ ਪਾਣੀ, ਹਵਾ, ਆਕਸੀਜਨ ਜਾਂ ਕਾਰਬਨ ਡਾਈਆਕਸਾਈਡ। ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸੈਚੂਰੇਸ਼ਨ ਦਾ ਮਤਲਬ ਕੀ ਹੁੰਦਾ ਹੈਗਾ। ਇਹ ਕੁਐਸਚਨ ਦੇ ਵਿੱਚ ਪੁੱਛ ਤਾਂ ਲਿਆ ਵੀ ਏਅਰ ਜਿਹੜੀ ਹੈ ਸੈਚੂਰੇਟ ਹੋ ਗਈ ਤਾਂ ਕੀ ਨਹੀਂ ਜ਼ਿਆਦਾ ਹੋਲਡ ਕਰ ਸਕਦੀ। ਦੇਖੋ ਜੇ ਮੈਂ ਸਿੰਪਲ ਟਰਮਸ ਦੇ ਵਿੱਚ ਗੱਲ ਕਰਾਂ ਨਾ, ਜਦੋਂ ਵੀ ਕਿਸੇ ਪਰਟੀਕੂਲਰ ਟੈਂਪਰੇਚਰ ਦੇ ਉੱਪਰ ਹਵਾ ਦੀ ਵਾਟਰ ਵੇਪਰ ਨੂੰ ਕੰਜ਼ਿਊਮ ਕਰਨ ਦੀ ਕੈਪੇਬਿਲਿਟੀ ਜਿਹੜੀ ਹੈ ਉਹ ਖਤਮ ਹੋ ਜਾਂਦੀ, ਯਾਨੀ ਕਿ ਮੈਕਸਿਮਮ ਲਿਮਿਟ ਆ ਚੁੱਕੀ ਹੈ, ਤਾਂ ਉਸ ਟਾਈਮ 'ਤੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜੀ ਹੁਣ ਏਅਰ ਹੈ ਉਹ ਸੈਚੂਰੇਟਡ ਹੋ ਗਈ ਹੈ, ਯਾਨੀ ਕਿ ਇਹ ਇਸ ਤੋਂ ਜ਼ਿਆਦਾ ਪਾਣੀ ਹੋਲਡ ਨਹੀਂ ਕਰ ਸਕਦੀ ਹੈਗੀ। ਤਾਂ ਉਸ ਨੂੰ ਕਹਾਂਗੇ ਆਪਾਂ ਸੈਚੂਰੇਟਡ। ਤਾਂ ਫਿਰ ਇਸ ਤੋਂ ਜ਼ਿਆਦਾ ਪਾਣੀ ਨਹੀਂ ਹੋਲਡ ਕਰ ਸਕਦੀ, ਉਹੀ ਪੁੱਛਿਆ ਹੈਗਾ ਕੁਐਸਚਨ ਦੇ ਵਿੱਚ ਕਿ ਕੀ ਹੋਲਡ ਨਹੀਂ ਕਰ ਸਕਦੀ। ਤਾਂ ਓਬਵੀਅਸ ਜੀ ਗੱਲ ਹੈ ਵਾਟਰ ਵੇਪਰ ਇਹ ਹੋਰ ਨਹੀਂ ਲੈ ਸਕਦੀ। ਅਤੇ ਉਸ ਸਮੇਂ 'ਤੇ ਜਿਹੜੀ ਉਹਦੀ ਰਿਲੇਟਿਵ ਹਿਊਮਿਡਿਟੀ ਹੋਊਗੀ ਉਹ 100% ਹੋਊਗੀ। 100% ਦੈਟ ਮੀਨਸ ਇਹ ਤੋਂ ਵੱਧ ਪਾਣੀ ਨਹੀਂ ਲੈ ਸਕਦੀ ਉਹ ਚੀਜ਼, ਤਾਂ ਹੀ ਉਹ ਚੀਜ਼ ਦੀ 100% ਹਿਊਮਿਡਿਟੀ ਹੋਊਗੀ। ਤਾਂ ਆਨਸਰ ਕੀ ਹੋ ਜਾਊਗਾ ਜੀ? ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ 'ਤੇ ਜਾਣ ਤੋਂ ਪਹਿਲਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਤਾਂ ਲਾਈਕ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਬਈ। ਇਹਦੇ ਨਾਲ ਹਲਕਾ ਜਿਹਾ ਮੋਟੀਵੇਸ਼ਨ ਮਿਲਦਾ ਅਤੇ ਤੁਸੀਂ ਜੇਕਰ ਚਾਹੋ ਤਾਂ ਕੋਈ ਕਮੈਂਟ ਵੀ ਲਿਖ ਸਕਦੇ ਹੋ ਕੋਈ ਮੋਟੀਵੇਸ਼ਨਲ, ਤਾਂ ਕਿ ਹੋਰ ਬੱਚਿਆਂ ਨੂੰ ਵੀ ਮੋਟੀਵੇਸ਼ਨ ਮਿਲੇ ਅਤੇ ਉਹ ਹੋਰ ਜ਼ਿਆਦਾ ਡੈਡੀਕੇਸ਼ਨ ਦਿਖਾਉਣ ਆਪਣੇ ਐਗਜ਼ਾਮ ਲਈ। ਕਿਉਂਕਿ ਆਪਾਂ ਨੂੰ ਪਤਾ ਹੈ ਐਗਜ਼ਾਮ ਫਿਰ ਅੱਗੇ ਵੋਟਾਂ 'ਚ ਹੀ ਆਉਣਾ ਜੀ, ਉਹ ਤੋਂ ਬਾਅਦ ਕੋਈ ਤੁਹਾਨੂੰ ਭਰਤੀ ਦੇਖਣ ਨੂੰ ਨਹੀਂ ਮਿਲੂਗੀ। ਹੁਣ 2021 ਚੱਲ ਰਿਹਾ, ਦੈਟ ਮੀਨਸ ਤੁਹਾਨੂੰ ਅਗਲੀ ਭਰਤੀ 2026 ਨੂੰ ਦੇਖਣ ਨੂੰ ਮਿਲਣ ਵਾਲੀ ਹੈ। ਨੋਰਮਲ ਹੋ ਸਕਦਾ ਕੋਈ ਡਿਪਾਰਟਮੈਂਟ ਕੱਢ ਦੇ, ਲੇਕਿਨ ਜਿਹੜੀ ਮਾਸ ਨੰਬਰ 'ਤੇ ਜਿਹੜੀ ਭਰਤੀ ਹੈ ਉਹ ਜਿਹੜੀ ਹੈ 5 ਸਾਲ ਦੇ ਬਾਅਦ ਹੀ ਹੋਊਗੀ, ਕਿਉਂਕਿ ਇਲੈਕਸ਼ਨ ਟਾਈਮ 'ਤੇ ਹੁੰਦਾ ਵੀ ਸਰਕਾਰਾਂ ਨੂੰ ਲੱਗਦਾ ਵੀ ਸਾਨੇ ਹੁਣ ਮਤਲਬ ਨੌਕਰੀਆਂ ਕੱਢੀਆਂ ਨੇ, ਸਾਨੂੰ ਵੋਟ ਮਿਲਣ। ਤਾਂ ਇੱਕ ਤਰ੍ਹਾਂ ਦੇ ਚੁਣਾਵੀ ਲੋਲੀਪੋਪ ਟਾਈਪ ਹੁੰਦਾ ਚੀਜ਼ਾਂ। ਅਤੇ ਸੈਕਿੰਡ ਥਿੰਗ ਤੁਹਾਨੂੰ ਟੈਲੀਗ੍ਰਾਮ 'ਤੇ PDF ਮਿਲੇਗੀ, ਤੁਹਾਨੂੰ ਪਤਾ ਹੀ ਇਸ ਗੱਲ ਦਾ। ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਫੋਲੋ ਕਰਕੇ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਪੁੱਛ ਸਕਦੇ ਹੋ, ਤਿੰਨਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੇ। ਨੈਕਸਟ ਕੁਐਸਚਨ ਗੱਲ ਕਰ ਰਿਹਾ ਹੈ ਡੈਂਸਿਟੀ ਆਫ ਪੋਪੂਲੇਸ਼ਨ ਇਜ਼ ਡਿਫਾਈਨ ਐਜ਼ ਦਾ ਨੰਬਰ ਆਫ ਪਰਸਨ ਪਰ ਸਕੁਏਅਰ। ਯਾਨੀ ਕਿ ਜਿਹੜੀ ਆਪਾਂ ਇੱਕ ਪਰਟੀਕੂਲਰ ਪੋਪੂਲੇਸ਼ਨ ਦੀ ਡੈਂਸਿਟੀ ਕੱਢਦੇ ਹਾਂ, ਯਾਨੀ ਕਿ ਜੇ ਮੈਂ ਗੱਲ ਕਰਾਂ ਪੰਜਾਬ ਦੀ ਪੋਪੂਲੇਸ਼ਨ ਡੈਂਸਿਟੀ ਕੀ ਹੈ, ਇੰਡੀਆ ਦੀ ਕੀ ਹੈ, ਕਿਸੇ ਪਰਟੀਕੂਲਰ ਸਟੇਟ ਦੀ ਕੀ ਹੈ ਜਾਂ ਵਰਲਡ ਦੀ ਕੀ ਹੈ, ਉਹਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ? ਗੱਲ ਕਰ ਰਿਹਾ ਹੈਗਾ
ਡਿਫਾਈਨ ਐਜ਼ ਦਾ ਨੰਬਰ ਆਫ ਪਰਸਨ ਪਰ ਸਕੁਅਰ, ਯਾਨੀ ਕਿ ਇੱਕ ਪਾਰਟਿਕੂਲਰ ਸਕੁਅਰ ਕਿਲੋਮੀਟਰ ਦੇ ਅੰਦਰ ਕਿੰਨੇ ਇਨਸਾਨ ਰਹਿੰਦੇ ਨੇ ਉਸ ਨੂੰ ਉਸ ਦੀ ਡੈਂਸਿਟੀ ਕਿਹਾ ਜਾਂਦਾ ਹੈ। ਤਾਂ ਦੈਟ ਮੀਨਸ ਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ, ਕਿਲੋਮੀਟਰ। ਤੇ ਜੇਕਰ ਮੈਂ ਗੱਲ ਕਰਾਂ ਇੰਡੀਆ ਦੀ ਪੋਪੂਲੇਸ਼ਨ ਡੈਂਸਿਟੀ ਕੀ ਹੈ, ਉਹ ਹੈਗੀ ਹੈ ਜੀ 382 ਪਰਸਨ ਪਰ ਸਕੁਅਰ ਕਿਲੋਮੀਟਰ, ਯਾਨੀ ਕਿ ਇੱਕ ਸਕੁਅਰ ਕਿਲੋਮੀਟਰ ਦੇ ਅੰਦਰ 382 ਲੋਕ ਰਹਿੰਦੇ ਨੇ। ਜੇਕਰ ਹੁਣ ਮੈਂ ਗੱਲ ਕਰ ਲਾਂ ਪੰਜਾਬ ਦੀ, ਕਿਉਂਕਿ ਆਪਾਂ ਪੰਜਾਬ ਦੇ ਐਗਜ਼ਾਮ ਲਈ ਤਿਆਰੀ ਕਰ ਰਹੇ ਹਾਂ ਤਾਂ ਪੰਜਾਬ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ, ਉਹ ਹੈਗੀ ਹੈ ਜੀ 551 ਪਰਸਨ ਪਰ ਸਕੁਅਰ ਕਿਲੋਮੀਟਰ। ਦੋਨੋਂ ਹੀ ਯਾਦ ਰੱਖਣਾ ਜ਼ਰੂਰੀ ਹੈ। ਤੇ ਇਹ ਵੀ ਗੱਲ ਧਿਆਨ ਰੱਖਿਓ ਕਿ ਆ 2011 ਦੇ ਸੈਂਸਸ ਦੇ ਅਕੋਰਡਿੰਗ, ਯਾਨੀ ਕਿ ਜਿਹੜੀ ਜਨਗਣਨਾ ਹੋਈ ਸੀ 2011 ਦੇ ਵਿੱਚ, ਉਹਦੇ ਹਿਸਾਬ ਨਾਲ ਹੈ। ਹੁਣ 21 ਦੇ ਵਿੱਚ ਹੋਣੀ ਸੀਗੀ, ਲੇਕਿਨ ਸ਼ਾਇਦ ਕੋਵਿਡ ਕਰਕੇ ਨਾ ਹੋ ਪਾਵੇ, 22 ਜਾਂ 23 ਵਿੱਚ ਜਾ ਸਕਦੀ ਹੈ, ਲੇਕਿਨ ਹਰ 10 ਸਾਲ ਤੱਕ ਤਾਂ ਚੱਲਦੀ ਹੈ। ਤਾਂ ਇਸ ਕੁਐਸਚਨ ਆਨਸਰ ਹੋਗਾ ਆਪਸ਼ਨ ਨੰਬਰ ਡੀ, ਕਿਲੋਮੀਟਰ। ਨੈਕਸਟ ਗੱਲ ਕਰ ਰਿਹਾ ਫਿਊਜ਼ ਵਾਇਰ ਸ਼ੁੱਡ ਹੈਵ। ਆਪਾਂ ਦੇਖਿਆ ਹੋਣਾ ਗ੍ਰਿਪ ਦੇ ਵਿੱਚ ਜਿਹੜਾ ਆਪਣਾ ਮੀਟਰ ਦੇ ਕੋਲ ਲੱਗਿਆ ਹੁੰਦਾ ਉਹਦੇ ਵਿੱਚ ਨਾ ਫਿਊਜ਼ ਵਾਇਰ ਵੀ ਹੁੰਦੀ ਹੈ, ਤਾਂ ਉਹਦੇ ਕੋਲ ਕੀ ਹੋਣਾ ਚਾਹੀਦਾ ਹੈ। ਗੱਲ ਕਰ ਰਿਹਾ ਦੋ ਪਰਸਪੈਕਟਿਵ ਦੇ ਉੱਪਰ, ਰੈਸਿਸਟੈਂਸ ਦੇ ਉੱਪਰ ਤੇ ਮੈਲਟਿੰਗ ਪੁਆਇੰਟ ਦੇ ਉੱਪਰ, ਕਿ ਉਹਦਾ ਰੈਸਿਸਟੈਂਸ ਜ਼ਿਆਦਾ ਹੋਣਾ ਚਾਹੀਦਾ ਹੈ, ਘੱਟ ਹੋਣਾ ਚਾਹੀਦਾ ਹੈ, ਜਾਂ ਫਿਰ ਉਹਦਾ ਮੈਲਟਿੰਗ ਪੁਆਇੰਟ ਹਾਈ ਹੋਣਾ ਚਾਹੀਦਾ ਹੈ, ਲੋ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਫਿਊਜ਼ ਵਾਇਰ ਹੈ ਉਹ ਕੀ ਕੰਮ ਆਉਂਦੀ ਹੈ। ਬੇਸਿਕਲੀ ਜਦੋਂ ਵੀ ਸਰਕਟ ਦੇ ਵਿੱਚ ਇੱਕ ਲਾਰਜ ਕਰੰਟ ਪਾਸ ਹੋਵੇ ਨਾ, ਉਹ ਫਿਊਜ਼ ਵਾਇਰ ਜਿਹੜੀ ਹੈ ਬਰਨ ਹੋ ਜਾਵੇ, ਜਲ ਜਾਵੇ, ਅਤੇ ਜਿਹੜਾ ਸਰਕਟ ਹੈ ਉਹ ਬ੍ਰੇਕ ਹੋ ਜਾਵੇ, ਯਾਨੀ ਕਿ ਕਰੰਟ ਪਾਸ ਨਾ ਹੋਵੇ ਜਦੋਂ ਵੀ ਹਾਈ ਕਰੰਟ ਆਉਣਾ। ਹੁਣ ਇਸ ਚੀਜ਼ ਨੂੰ ਮੇਕ ਸ਼ੋਰ ਕਰਨ ਲਈ ਕਿ ਜਿੱਦਾਂ ਹੀ ਲਾਰਜ ਕਰੰਟ ਪਾਸ ਕਰੇਗਾ ਕਿ ਸਰਕਟ ਬ੍ਰੇਕ ਹੋਵੇ ਹੀ ਹੋਵੇ, ਅਦਰਵਾਈਜ਼ ਜਿਹੜੇ ਆਪਣੇ ਅਪਲਾਈਐਂਸਿਸ ਨੇ ਘਰੇ ਉਹ ਖਰਾਬ ਵੀ ਹੋ ਸਕਦੇ ਨੇ। ਤਾਂ ਹੋਣਾ ਕੀ ਚਾਹੀਦਾ ਇੱਕ ਫਿਊਜ਼ ਵਾਇਰ ਕੋਲ, ਉਹਦੇ ਕੋਲ ਜਿਹੜੀ ਰੈਸਿਸਟੈਂਸ ਹੈ ਉਹ ਹਾਈ ਹੋਣੀ ਚਾਹੀਦੀ ਹੈ, ਅਤੇ ਉਹਦਾ ਮੈਲਟਿੰਗ ਪੁਆਇੰਟ ਜਿਹੜਾ ਉਹ ਲੋ ਹੋਣਾ ਚਾਹੀਦਾ। ਉਹ ਕਿਉਂ? ਮੈਲਟਿੰਗ ਪੁਆਇੰਟ ਲੋ ਦਾ ਮਤਲਬ ਹੈ ਕਿ ਉਹ ਜਿਹੜੀ ਤਾਰ ਹੈ ਉਹ ਜਲਦੀ ਮੈਲਟ ਕਰੇ। ਆਹ ਗੱਲ ਮੈਂ ਕੱਲ੍ਹ ਤੁਹਾਨੂੰ ਪਹਿਲਾਂ ਵੀ ਦੱਸੀ ਸੀ, ਜੇਕਰ ਕਿਸੇ ਚੀਜ਼ ਦਾ ਮੈਲਟਿੰਗ ਪੁਆਇੰਟ ਹਾਈ ਹੈ ਦੈਟ ਮੀਨਸ ਉਹਨੂੰ ਮੈਲਟ ਹੋਣ 'ਚ ਜ਼ਿਆਦਾ ਟਾਈਮ ਲੱਗੇਗਾ। ਜੇ ਮੈਲਟਿੰਗ ਪੁਆਇੰਟ ਲੋ ਹੈ ਦੈਟ ਮੀਨਸ ਉਹਨੂੰ ਮੈਲਟ ਹੋਣ 'ਚ ਘੱਟ ਟਾਈਮ ਲੱਗੇ, ਯਾਨੀ ਕਿ ਘੱਟ ਟੈਂਪਰੇਚਰ 'ਤੇ ਉਹ ਮੈਲਟ ਹੋ ਜਾਵੇਗੀ। ਅਤੇ ਹਾਈ ਰੈਸਿਸਟੈਂਸ ਦਾ ਮਤਲਬ ਕੀ ਹੈ? ਜਿੰਨੀ ਜ਼ਿਆਦਾ ਆਪਾਂ ਰੈਸਿਸਟੈਂਟ ਦੇਵਾਂਗੇ ਕਰੰਟ ਦਾ ਫਲੋ ਜਿਹੜਾ ਉਹ ਘੱਟ ਰਹੇਗਾ। ਉਹੀ ਗੱਲ ਮੈਂ ਕਹਿ ਰਿਹਾ ਸੀਗਾ, ਲਾਰਜ ਕਰੰਟ ਜਿਹੜਾ ਪਾਸ ਨਹੀਂ ਕਰਨਾ ਚਾਹੀਦਾ, ਇਸੇ ਚੀਜ਼ ਤੋਂ ਤਾਂ ਬਚਾਉਣਾ ਆਪਾਂ ਨੇ। ਤਾਂ ਦੋਨੋਂ ਕੰਡੀਸ਼ਨ ਜਿਹੜੀਆਂ ਸੈਟਿਸਫਾਈ ਹੁੰਦੀਆਂ ਨੇ ਇਸ ਦੇ ਨਾਲ, ਕਿ ਰੈਸਿਸਟੈਂਸ ਜਿਹੜੀ ਹੈ ਕਰੰਟ ਲਈ ਹਾਈ ਹੋਣਾ ਚਾਹੀਦਾ ਤਾਂ ਕਿ ਕਰੰਟ ਲੋ ਆਵੇ, ਅਤੇ ਮੈਲਟਿੰਗ ਪੁਆਇੰਟ ਲੋ, ਤਾਂ ਕਿ ਜੇਕਰ ਲਾਰਜ ਕਰੰਟ ਪਾਸ ਕਰੇ ਤਾਂ ਉਹ ਤਾਰ ਪਿਘਲ ਜਾਵੇ ਅਤੇ ਸਰਕਟ ਬ੍ਰੇਕ ਹੋ ਜਾਵੇ। ਇਸ ਹਿਸਾਬ ਨਾਲ ਇਹਦਾ ਆਨਸਰ ਕੀ ਹੋ ਜਾਊਗਾ ਜੀ? ਆਪਸ਼ਨ ਨੰਬਰ ਸੀ, ਹਾਈ ਰੈਸਿਸਟੈਂਸ ਬਟ ਲੋ ਮੈਲਟਿੰਗ ਪੁਆਇੰਟ। ਨੈਕਸਟ ਗੱਲ ਕਰਦੇ ਹਾਂ ਆਪਾਂ, ਵੈਨ ਵਾਜ਼ ਦਾ ਫਸਟ ਜਨਰਲ ਇਲੈਕਸ਼ਨ ਇਨ ਇੰਡੀਪੈਂਡੈਂਟ ਇੰਡੀਆ ਹੈਲਡ। ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਇੰਡੀਆ 1947 15 ਅਗਸਤ ਨੂੰ ਆਜ਼ਾਦ ਹੋਇਆ ਸੀਗਾ ਜੀ। ਉਸ ਟਾਈਮ ਕੀ ਸੀਗਾ? ਉਸ ਟਾਈਮ ਇਲੈਕਸ਼ਨ ਨਹੀਂ ਹੋਏ। ਉਸ ਟਾਈਮ ਕੀ ਕੀਤਾ ਸੀਗਾ, ਜਿਹੜੇ ਬ੍ਰਿਟਿਸ਼ ਇੰਡੀਆ ਹੈ ਯਾਨੀ ਕਿ ਬ੍ਰਿਟੇਨ ਦੇ ਲੋਕਾਂ ਨੇ ਇੱਕ ਇੰਟੈਰਮ ਗੌਰਮੈਂਟ ਬਣਾ ਕੇ ਇੰਡੀਆ ਦਾ ਸ਼ਾਸਨ ਚਲਾਉਣ ਨੂੰ ਕਹਿਤਾ ਸੀਗਾ। ਲੇਕਿਨ ਫਸਟ ਟਾਈਮ ਜਿਹੜੇ ਜਨਰਲ ਇਲੈਕਸ਼ਨ ਹੋਏ ਸੀਗੇ ਉਹ ਕਦੋਂ ਹੋਏ ਸੀਗੇ? ਉਹ ਸੀਗੇ ਜੀ 1951 ਅਤੇ 52 ਦੇ ਵਿੱਚ। ਯਾਨੀ ਕਿ ਜੇ ਮੈਂ ਐਗਜ਼ੈਕਟ ਡੇਟ ਦੀ ਗੱਲ ਕਰਾਂ ਤਾਂ ਉਹ ਸੀਗਾ ਜੀ 25 ਅਕਤੂਬਰ 1951 ਟੂ 21 ਫਰਵਰੀ 1952। ਅਤੇ ਉਹਦੇ ਵਿੱਚ ਹੋਇਆ ਕੀ ਸੀਗਾ? ਬੇਸਿਕਲੀ ਉਸ ਟਾਈਮ ਸੀਟਾਂ ਸੀਗੀਆਂ 489, ਜਿਹਦੇ ਵਿੱਚ 364 ਕਾਂਗਰਸ ਨੇ ਜਿੱਤੀ ਸੀਗੀਆਂ। ਅੱਜ ਕੱਲ੍ਹ ਸੀਟਾਂ ਕਿੰਨੀ ਨੇ ਜੀ? 545 ਨੇ, ਜਿਨ੍ਹਾਂ ਵਿੱਚੋਂ 543 ਦੇ ਵਿੱਚ ਜਿਹੜੇ ਇਲੈਕਸ਼ਨ ਹੁੰਦੇ ਨੇ। ਅਤੇ ਆ ਜਿਹੜਾ ਹੋਇਆ ਸੀਗਾ 31 ਕੌਂਸਟੀਟਿਊਸ਼ਨ ਅਮੈਂਡਮੈਂਟ ਦੇ ਵਿੱਚ 545 ਸੀਟ ਕਰਤੀਆਂ ਸੀਗੀਆਂ। ਅਤੇ ਆ ਜਿਹੜਾ ਬੇਸਿਕਲੀ ਪੋਪੂਲੇਸ਼ਨ ਦੇ ਹਿਸਾਬ ਨਾਲ ਚੱਲਦਾ, ਜਿੱਦਾਂ ਜਿੱਦਾਂ ਪੋਪੂਲੇਸ਼ਨ ਵੱਧਦੀ ਰਹੇਗੀ ਤਾਂ ਨੰਬਰ ਆਫ ਸੀਟਸ ਇਨ ਲੋਕ ਸਭਾ ਵੀ ਇਨਕਰੀਜ਼ ਹੁੰਦੀ ਰਹਿਣਗੀਆਂ। ਯਾਨੀ ਕਿ ਕੌਂਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਨਾ ਪੜੇਗਾ, ਯਾਨੀ ਕਿ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨਾ ਪਏਗਾ। ਤਾਂ ਐਜ਼ ਪਰ ਡਿਸਕਸ਼ਨ ਆਪਾਂ ਕਹਿ ਸਕਦੇ ਹਾਂ ਆਪਣਾ ਆਪਸ਼ਨ ਨੰਬਰ ਏ ਸਹੀ ਹੋਊਗਾ, ਕਿ ਜਿਹੜਾ ਫਸਟ ਜਨਰਲ ਇਲੈਕਸ਼ਨ ਇਨ ਇੰਡੀਪੈਂਡੈਂਟ ਇੰਡੀਆ ਵਾਜ਼ ਹੈਲਡ ਐਟ 1951 ਟੂ 52। ਨੈਕਸਟ ਗੱਲ ਕਰ ਰਿਹਾ, ਵਿਚ ਆਫ ਦਾ ਫੋਲੋਇੰਗ ਆਰਟੀਕਲ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ ਇੰਟਰਸਟ ਪੇਰੈਂਟਸ ਵਿਦ ਦਾ ਰਿਸਪੌਂਸਿਬਿਲਿਟੀ ਆਫ ਪ੍ਰੋਵਾਈਡਿੰਗ ਓਪਰਚੁਨਿਟੀ ਫॉर ਐਜੂਕੇਸ਼ਨ ਟੂ ਦੇਅਰ ਚਾਈਲਡ। ਯਾਨੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਓਪਰਚੁਨਿਟੀ ਦੇਣਾ ਰਿਸਪੌਂਸਿਬਿਲਿਟੀ ਬਣਦੀ ਹੈ ਪੇਰੈਂਟਸ ਦੀ, ਐਜ਼ ਪਰ ਆਵਰ ਕੌਂਸਟੀਟਿਊਸ਼ਨ। ਤਾਂ ਉਹ ਕਿਹੜੇ ਆਰਟੀਕਲ ਦੇ ਤਹਿਤ ਇਹ ਰਿਸਪੌਂਸਿਬਿਲਿਟੀ ਬਣਦੀ ਆ? 21A, 51A, 45, 143। ਇਹ ਕੁਐਸਚਨ ਮੇਰਾ ਥੋੜ੍ਹਾ ਜਿਹਾ ਟ੍ਰਿਕੀ ਹੈਗਾ। ਕਿਉਂ? ਬਿਕੋਜ਼ ਜਿਹੜੀ 6 to 14 ਏਜ ਦੀ ਗਰੁੱਪ ਨੇ ਇਹਨੂੰ ਐਜੂਕੇਸ਼ਨ ਦੇਣਾ ਆਪਣਾ ਫੰਡਾਮੈਂਟਲ ਰਾਈਟ ਵੀ ਹੈਗਾ ਅਤੇ ਫੰਡਾਮੈਂਟਲ ਡਿਊਟੀ ਵੀ ਹੈਗੀ। ਠੀਕ ਹੈ, ਫੰਡਾਮੈਂਟਲ ਰਾਈਟਸ ਕਿੱਥੇ ਹੈ ਜੀ? 21A ਦੇ ਵਿੱਚ ਹੈਗਾ, ਅਤੇ ਜਿਹੜੀ ਫੰਡਾਮੈਂਟਲ ਡਿਊਟੀ ਹੈ ਉਹ 51A ਦੇ ਵਿੱਚ ਹੈਗਾ। ਹੁਣ ਆਪਾਂ ਨੂੰ ਆਹ ਦੇਖਣਾ ਹੈ ਵੀ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ। ਆਹ ਜਿਹੜੀ ਨੇ ਆਪਣੀ ਟੋਟਲ ਫੰਡਾਮੈਂਟਲ ਡਿਊਟੀ ਨੇ, ਅਤੇ ਜਿਹੜੀ 11ਵੀਂ ਡਿਊਟੀ ਹੈ ਇਹਨੂੰ ਮੈਂ ਥੋੜ੍ਹਾ ਜ਼ੂਮ ਕਰ ਦਿੰਦਾ। ਆ ਰਹੀ ਜੀ, ਆਹ ਕਹਿ ਰਿਹਾ ਪ੍ਰੋਵਾਈਡ ਓਪਰਚੁਨਿਟੀ ਫॉर ਐਜੂਕੇਸ਼ਨ ਟੂ ਹਿਜ਼ ਚਾਈਲਡ ਔਰ ਵਾਰਡ ਬਿਟਵੀਨ ਦਾ ਏਜ ਆਫ 6 to 14 ਈਅਰਸ ਦੈਟ ਡਿਊਟੀ ਵਾਜ਼ ਐਡਡ ਬਾਈ 86 ਕੌਂਸਟੀਟਿਊਸ਼ਨਲ ਅਮੈਂਡਮੈਂਟ 202। ਯਾਨੀ ਕਿ ਜੇਕਰ ਗੱਲ ਪੁੱਛ ਲਵੇ ਵੀ ਕਿਹੜੇ ਫੰਡਾਮੈਂਟਲ ਰਾਈਟ ਦੇ ਥਰੂ ਆਉਂਦੇ ਤਾਂ ਆਨਸਰ ਹੋ ਜਾਂਦਾ ਜੀ 21A।
ਲੇਕਿਨ ਜੇਕਰ ਪੇਰੈਂਟ ਦੀ ਰਿਸਪੌਂਸਿਬਿਲਿਟੀ ਫਿਕਸ ਕਰਦਾ ਹੈਗਾ, ਯਾਨੀ ਕਿ ਉਹ ਗੱਲ ਕਰਦਾ ਫੰਡਾਮੈਂਟਲ ਡਿਊਟੀਜ਼ ਬਾਰੇ, ਤਾਂ ਉਸ ਵੇਲੇ ਆਪਣਾ ਕੁਐਸਚਨ ਦਾ ਆਨਸਰ ਆਊਗਾ ਆਰਟੀਕਲ ਨੰਬਰ 51A, ਕਿਉਂਕਿ 51A ਜਿਹੜੀ ਸੀਗੀ ਫੰਡਾਮੈਂਟਲ ਡਿਊਟੀ ਲਈ ਹੀ ਬਾਅਦ ਦੇ ਵਿੱਚ ਐਡ ਕੀਤੀ ਗਈ ਸੀਗੀਆਂ। ਤੇ ਰਾਈਟ ਟੂ ਐਜੂਕੇਸ਼ਨ ਜਿਹੜਾ ਹੈਗਾ ਆਪਾਂ ਨੂੰ ਪਤਾ ਹੀ ਹੈ, ਉਹ 21A ਦੇ ਵਿੱਚ ਆਉਂਦਾ, ਆਪਣਾ ਫੰਡਾਮੈਂਟਲ ਰਾਈਟ ਹੈ। ਮਤਲਬ ਜਿੱਦਾਂ ਕੁਐਸਚਨ ਪੁੱਛਿਆ ਜਾਊਗਾ ਉਸੇ ਤਰ੍ਹਾਂ ਆਪਾਂ ਨੇ ਆਨਸਰ ਕਰਨਾ ਹੈ, ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ B। ਧਿਆਨ ਰੱਖਿਓ, ਕਾਫੀ ਟ੍ਰਿਕੀ ਕੁਐਸਚਨ ਹੈਗਾ ਇਹ। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਮੈਂਬਰ ਆਫ ਸਾਰਕ। ਆਪਾਂ ਨੂੰ ਪਤਾ ਸਾਰਕ ਕੰਟਰੀਜ਼ ਨੇ, ਉਹਨਾਂ ਦੇ ਵਿੱਚੋਂ ਆਚਾਰ ਦਿੱਤੇ ਗਏ ਆਪਸ਼ਨ ਵਿੱਚੋਂ ਕਿਹੜਾ ਇੱਕ ਮੈਂਬਰ ਨਹੀਂ ਹੈਗਾ। ਇਹ ਇਸਟੈਬਲਿਸ਼ ਕਦੋਂ ਹੋਇਆ ਸੀਗਾ ਜੀ? 8 ਦਸੰਬਰ 1985 ਦੇ ਵਿੱਚ। ਤੇ ਸਾਰਕ ਦੀ ਫੁੱਲ ਫੋਰਮ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕੋਆਪਰੇਸ਼ਨ। ਆ ਜਿਹੜੇ ਇਹਦੇ ਮੈਂਬਰ ਨੇ ਜਿਵੇਂ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਨੇਪਾਲ, ਪਾਕਿਸਤਾਨ ਤੇ ਸ਼੍ਰੀਲੰਕਾ। ਇਹਨੂੰ ਯਾਦ ਕਰਨ ਦੀ ਟ੍ਰਿਕ ਵੀ ਤੁਹਾਨੂੰ ਪਤਾ ਹੀ ਹੈ, ਕਾਫੀ ਫੇਮਸ ਟ੍ਰਿਕ ਹੈ ਆਪਣੀ MBBS। ਇਹ ਤੋਂ ਅਫਗਾਨਿਸਤਾਨ, P ਤੋਂ ਪਾਕਿਸਤਾਨ, N ਤੋਂ ਨੇਪਾਲ, I ਤੋਂ ਇੰਡੀਆ। ਜਿਹੜੀ ਤੇ ਗੌਰ ਕਰਨ ਵਾਲੀ ਗੱਲ ਹੈ ਨਾ, ਉਹ M ਦੀ ਹੈਗੀ ਆ, ਕਿਉਂਕਿ M ਤੇ ਨਾ ਮਾਲਦੀਵਸ ਤੇ ਮੋਰੀਸ਼ੀਅਸ ਪੈਂਦਾ ਹੈਗਾ, ਤੇ ਇੱਥੇ ਆਪਾਂ M ਤੋਂ ਮਾਲਦੀਵਸ ਯਾਦ ਰੱਖਣਾ, ਮੋਰੀਸ਼ੀਅਸ ਨਹੀਂ। ਦੈਟ ਮੀਨਸ ਮੋਰੀਸ਼ੀਅਸ ਇਜ਼ ਨੋਟ ਏ ਮੈਂਬਰ ਆਫ ਸਾਰਕ। ਅੱਗੇ B ਤੋਂ ਬੰਗਲਾਦੇਸ਼, ਭੂਟਾਨ ਤੇ ਸ਼੍ਰੀਲੰਕਾ। ਦੈਟ ਮੀਨਸ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ C, ਮੋਰੀਸ਼ੀਅਸ। ਨੈਕਸਟ ਗੱਲ ਕਰ ਰਿਹਾ ਹੈ ਹੂ ਡੈਵਲਪਡ ਹਾਈਡਰੋਜਨ ਬੋਮ। ਬੇਸਿਕਲੀ ਇਹ ਨਾ ਹਾਈਡਰੋਜਨ ਬੋਮ ਤੇ ਐਟਮ ਬੋਮ ਦੇ ਵਿੱਚ ਨਾ ਕਾਫੀ ਜ਼ਿਆਦਾ ਕਨਫਿਊਜ਼ਨ ਇਹ ਰਹਿੰਦੀ ਹੈ ਕਿ ਕਿਹਨੇ ਡਿਵੈਲਪ ਕੀਤਾ ਸੀਗਾ। ਤਾਂ ਜਿਹੜਾ ਹਾਈਡਰੋਜਨ ਬੋਮ ਸੀਗਾ ਉਹ ਕੀਤਾ ਸੀਗਾ ਐਡਵਰਡ ਟੈਲਰ ਨੇ, ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ C। ਹੁਣ ਆਪਾਂ ਗੱਲ ਕਰਦੇ ਹਾਂ ਐਡਵਰਡ ਟੈਲਰ ਬਾਰੇ, ਜਿਹਨੂੰ ਕਿ ਫਾਦਰ ਆਫ ਹਾਈਡਰੋਜਨ ਬੋਮ ਕਿਹਾ ਜਾਂਦਾ ਹੈ, ਤੇ ਹੰਗੇਰੀਅਨ ਤੇ ਅਮਰੀਕਨ, ਯਾਨੀ ਕਿ ਹੰਗਰੀ ਦੇ ਵਿੱਚ ਜਨਮ ਹੋਇਆ ਸੀ ਤੇ ਅਮਰੀਕਾ ਦੇ ਵਿੱਚ ਇਹ ਫਿਜ਼ਿਸਟ ਸੀਗੇ ਜਿਨ੍ਹਾਂ ਨੇ ਇਹਨੂੰ ਬਣਾਇਆ ਸੀਗਾ। ਤੇ ਜਿਹੜਾ ਹਾਈਡਰੋਜਨ ਬੋਮ ਹੈ ਨਾ, ਉਹ ਅਨਕੰਟਰੋਲਡ ਨਿਊਕਲੀਅਰ ਫਿਊਜ਼ਨ ਦੇ ਉੱਪਰ ਕੰਮ ਕਰਦਾ ਹੈਗਾ, ਯਾਨੀ ਕਿ ਦੋ ਐਟਮਾਂ ਨੂੰ ਮਿਲਾ ਕੇ ਇੱਕ ਐਟਮ ਬਣਦਾ ਹੈਗਾ। ਫਿਊਜ਼ਨ ਦੇ ਵਿੱਚ ਆਹੀ ਹੁੰਦਾ ਹੈਗਾ, ਤੇ ਫਿਜ਼ਨ ਦੇ ਵਿੱਚ ਕੀ ਹੁੰਦਾ ਹੈ, ਇੱਕ ਦਾ ਬ੍ਰੇਕ ਹੁੰਦਾ 2 ਦੇ ਵਿੱਚ, 2 ਦਾ ਅੱਗੇ 2 ਦੇ ਵਿੱਚ, ਉਹਦਾ ਅੱਗੇ, ਯਾਨੀ ਕਿ ਇੱਕ ਜਿਹੜਾ ਫਿਜ਼ਨ ਹੈ ਉਹ ਵੱਧਦਾ ਰਹਿੰਦਾ, ਯਾਨੀ ਕਿ 1 ਦੇ 2 ਦੇ ਵਿੱਚ ਕਨਵਰਟ ਹੁੰਦੇ ਰਹਿਣਾ। ਤਾਂ ਇਸ ਹਿਸਾਬ ਨਾਲ ਆਪਸ਼ਨ ਹੋ ਜਾਊਗਾ ਤਾਂ ਆਪਸ਼ਨ ਨੰਬਰ C, ਐਡਵਰਡ ਟੈਲਰ। ਤੇ ਜੇਕਰ ਮੈਂ ਗੱਲ ਕਰਦਾ ਐਟਮ ਬੰਬ ਬਾਰੇ, ਉਹ ਬਣਾਇਆ ਸੀਗਾ ਜੀ ਜੇ ਰੋਬਰਟ ਓਪਨਹਾਈਮਰ ਨੇ, ਤੇ ਉਹ ਕੰਮ ਕਰਦਾ ਹੈਗਾ ਫਿਜ਼ਨ ਦੇ ਉੱਪਰ। ਆਹ ਕੰਮ ਕਰਦਾ ਫਿਊਜ਼ਨ ਦੇ ਉੱਪਰ, ਆ ਫਿਜ਼ਨ ਦੇ ਉੱਪਰ, ਆ ਫਰਕ ਯਾਦ ਰੱਖਣਾ। ਨੈਕਸਟ ਗੱਲ ਕਰ ਰਹੇ ਦਾ ਕਲਰ ਆਫ ਸਟਾਰ ਇਜ਼ ਐਨ ਇੰਡੀਕੇਸ਼ਨ ਆਫ, ਯਾਨੀ ਕਿ ਜਿਹੜੇ ਆਪਾਂ ਸਟਾਰਸ ਦੇਖਦੇ ਹਾਂ, ਤਾਰੇ ਦੇਖਦੇ ਹਾਂ, ਬੇਸਿਕਲੀ ਵੈਸੇ ਉਹ ਟਿਮਟਿਮਾਉਂਦੇ ਨਹੀਂ ਹੈਗੇ, ਉਹ ਤਾਂ ਆਪਾਂ ਨੂੰ ਹਵਾ ਦੀ ਰਿਫਲੈਕਸ਼ਨ ਨਾਲ, ਕਿਉਂਕਿ ਜੇਕਰ ਮੈਂ ਗੱਲ ਕਰਾਂ ਸਟਾਰ ਹੈਗਾ ਤਾਂ ਜਦੋਂ ਪਾਸ ਕਰਦਾ ਕਰਦਾ ਲਾਈਟ ਦੇ ਵਿੱਚ ਨਾ ਆ ਆਪਣੀ ਜਿਹੜਾ ਹੈ, ਮਤਲਬ ਐਵੇਂ ਨਹੀਂ ਆਏਗਾ, ਆਹ ਰਿਫਰੈਕਟ ਹੁੰਦਾ ਆਏਗਾ। ਤਾਂ ਰਿਫਰੈਕਟ ਹੋਊਗਾ ਦੈਟ ਮੀਨਸ ਆਪਾਂ ਨੂੰ ਅਪੀਅਰ ਹੋਊਗਾ ਕਿ ਉਹ ਤਾਰਾ ਜਿਹੜਾ ਟਿਮਟਿਮਾ ਰਿਹਾ ਹੈ, ਲੇਕਿਨ ਅਸਲੀਅਤ ਦੇ ਵਿੱਚ ਉਹ ਟਿਮਟਿਮਾ ਨਹੀਂ ਰਿਹਾ ਹੁੰਦਾ। ਤੇ ਹੁਣ ਜੇ ਆਪਾਂ ਕਲਰ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਡਿਫਰੈਂਟ ਕਲਰ ਦੇ ਹੁੰਦੇ ਨੇ, ਤਾਂ ਉਹ ਕਿਸ ਚੀਜ਼ ਬਾਰੇ ਗੱਲ ਕਰਦਾ? ਉਹਨਾਂ ਦੇ ਵੇਟ ਬਾਰੇ, ਆਪਣੇ ਤੋਂ ਦੂਰੀ ਬਾਰੇ, ਉਹਨਾਂ ਦੇ ਟੈਂਪਰੇਚਰ ਬਾਰੇ ਜਾਂ ਸਾਈਜ਼ ਬਾਰੇ। ਤਾਂ ਕਲਰ ਜਿਹੜਾ ਸਟਾਰ ਦਾ ਉਹ ਇੰਡੀਕੇਟ ਕਰਦਾ ਉਹਦੇ ਟੈਂਪਰੇਚਰ ਦੇ ਬਾਰੇ। ਉਹ ਕਿਵੇਂ? ਜੇ ਮੈਂ ਗੱਲ ਕਰਾਂ ਜਿੰਨੇ ਤਾਰੇ ਨੇ ਜਿਹਦਾ ਟੈਂਪਰੇਚਰ ਘੱਟ ਹੈਗਾ, ਜ਼ਿਆਦਾ ਟੈਂਪਰੇਚਰ ਦੇ ਨਹੀਂ, ਉਹ ਰੈੱਡ ਕਲਰ ਦੇ ਹੋਣਗੇ, ਤੇ ਜਿਹੜੇ ਥੋੜ੍ਹੇ ਜਿਹੇ ਹੋਰ ਤੋਂ ਜ਼ਿਆਦਾ ਗਰਮ ਹੋਣਗੇ ਔਰੇਂਜ ਦੇ ਹੋਣਗੇ ਤੇ ਯੈਲੋਇਸ਼ ਦੇ ਹੋਣਗੇ। ਲੇਕਿਨ ਜਿਹੜਾ ਸਭ ਤੋਂ ਹੋਟੈਸਟ ਹੋਊਗਾ, ਯਾਨੀ ਕਿ ਸਭ ਤੋਂ ਜ਼ਿਆਦਾ ਟੈਂਪਰੇਚਰ ਜਿਹਦਾ ਹੋਊਗਾ, ਉਹਦਾ ਕਲਰ ਨਾ ਬਲੂ ਹੋਊਗਾ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ, ਜਿਹੜਾ ਹੋਟੈਸਟ ਸਟਾਰ ਹੈ ਉਹਦਾ ਕਲਰ ਕਿਹੜਾ ਹੁੰਦਾ? ਤਾਂ ਬਲੂ ਹੁੰਦਾ। ਧਿਆਨ ਰੱਖਣਾ ਇਸ ਗੱਲ ਦਾ। ਤਾਂ ਦੈਟ ਮੀਨਸ ਇਸ ਕੁਐਸਚਨ ਦਾ ਆਨਸਰ ਹੈ ਆਪਸ਼ਨ ਨੰਬਰ C, ਟੈਂਪਰੇਚਰ। ਨੈਕਸਟ ਗੱਲ ਕਰਦੇ ਹਾਂ ਐਲੀਸਾ ਟੈਸਟ ਇਜ਼ ਯੂਜ਼ਡ ਟੂ ਡਿਟੈਕਟ, ਯਾਨੀ ਕਿ ਜਿਹੜਾ ਐਲੀਸਾ ਟੈਸਟ ਹੁੰਦਾ ਹੈ ਪਰਟੀਕੂਲਰ, ਉਹ ਕਿਸ ਬਿਮਾਰੀ ਦੇ ਡਿਟੈਕਸ਼ਨ ਲਈ ਹੁੰਦਾ ਹੈਗਾ। ਪਹਿਲਾਂ ਆਪਾਂ ਐਲੀਸਾ ਦੀ ਫੁੱਲ ਫੋਰਮ ਦੇਖ ਲੈਂਦੇ ਹਾਂ ਜੀ। ਐਲੀਸਾ ਦੀ ਫੁੱਲ ਫੋਰਮ ਹੈ ਇੰਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ। ਤਾਂ ਹੋ ਗਿਆ ਜੀ ਐਲੀਸਾ ਦੀ ਫੁੱਲ ਫੋਰਮ। ਤੇ ਯੂਜ਼ ਕੀਤਾ ਜਾਂਦਾ ਹੈਗਾ ਕਰੋਨਿਕ ਡਿਸੀਜ਼ HIV, ਯਾਨੀ ਕਿ ਹਿਊਮਨ ਇਮਿਊਨੋਡੈਫੀਸ਼ੀਐਂਸੀ ਵਾਇਰਸ। ਕਿ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ, ਅੱਜ ਵੈਸੇ ਮੈਂ ਕੁਐਸਚਨ ਜ਼ਿਆਦਾ ਪੁੱਛ ਰਿਹਾ ਹੈਗਾ ਤੇ ਵਧੀਆ ਗੱਲ ਹੈ, ਥੋੜ੍ਹਾ ਜਿਹਾ ਇੰਟਰੈਕਸ਼ਨ ਵੱਧਦਾ ਕੁਐਸਚਨ ਪੁੱਛਣ ਨਾਲ। ਏਡਸ ਦੀ ਫੁੱਲ ਫੋਰਮ ਦੱਸਣੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਅੰਦਰ। ਅੱਜ ਮੈਂ ਵੈਸੇ 3 ਤੋਂ 4 ਕੁਐਸਚਨ ਪੁੱਛੂੰਗਾ ਤੁਹਾਡੇ ਤੋਂ। ਨੈਕਸਟ ਗੱਲ ਕਰਦੇ ਹਾਂ ਵਿਚ ਸ਼ੈਡਿਊਲ ਆਫ ਕਨਸਟੀਟਿਊਸ਼ਨ ਆਫ ਇੰਡੀਆ ਡਿਸਕ੍ਰਾਈਬ ਦਾ ਐਲੋਕੇਸ਼ਨ ਆਫ ਸੀਟਸ ਇਨ ਦਾ ਕਾਊਂਸਿਲ ਆਫ ਸਟੇਟਸ। ਕਾਊਂਸਿਲ ਆਫ ਸਟੇਟਸ ਦਾ ਮਤਲਬ ਤੁਹਾਨੂੰ ਪਤਾ ਹੀ ਹੋਣਾ ਜੀ। ਕਾਊਂਸਿਲ ਆਫ ਸਟੇਟ ਦਾ ਮਤਲਬ ਹੁੰਦਾ ਹੈਗਾ ਰਾਜ ਸਭਾ, ਯਾਨੀ ਕਿ ਰਾਜ ਸਭਾ ਦੇ ਵਿੱਚ ਜਿਹੜੀ ਸੀਟਸ ਦੀ ਐਲੋਕੇਸ਼ਨ ਹੈ ਉਹ ਕਨਸਟੀਟਿਊਸ਼ਨ ਦਾ ਕਿਹੜਾ ਸ਼ੈਡਿਊਲ ਦੱਸਦਾ ਹੈਗਾ। ਇਹਦੇ ਡੀਪ ਨੌਲੇਜ ਲਈ, ਯਾਨੀ ਕਿ ਕਨਸਟੀਟਿਊਸ਼ਨ ਦੇ ਸ਼ੈਡਿਊਲਸ ਦੇ ਉੱਪਰ ਹੋਰ ਕੁਐਸਚਨ ਲਈ ਤਾਂ ਤੁਸੀਂ ਮੇਰੀ ਜਿਹੜੀ ਪੋਲਿਟੀ ਦੀ ਸੀਰੀਜ਼ ਉਹਦਾ ਪਾਰਟ 2 ਦੇਖ ਸਕਦੇ ਹੋ। ਲੇਕਿਨ ਹੁਣ ਵੀ ਆਪਾਂ ਇਸ ਕੁਐਸਚਨ ਨੂੰ ਡਿਸਕਸ ਕਰਾਂਗੇ। ਤਾਂ ਜਿਹੜਾ ਫਸਟ ਸ਼ੈਡਿਊਲ ਹੈ ਤੁਹਾਨੂੰ ਪਤਾ ਹੀ ਹੈ। ਸੈਕਿੰਡ ਬਾਰੇ ਮੈਂ ਗੱਲ ਕਰਾਂਗਾ, ਹਾਲਾਂਕਿ ਇਹਦਾ ਆਨਸਰ ਤਾਂ 4th ਹੈ ਜੀ, ਲੇਕਿਨ ਸੈਕਿੰਡ ਬਾਰੇ ਮੈਂ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਅਲਾਉਵੈਂਸ, ਪ੍ਰਿਵਿਲੇਜਿਸ ਤੇ ਐਲੀਮੈਂਟ ਬਾਰੇ ਗੱਲ ਕਰਦਾ ਹੈਗਾ, ਜਿਹੜੇ ਕਿਹਦੇ ਲਈ ਨੇ? ਪ੍ਰੈਜ਼ੀਡੈਂਟ ਆਫ ਇੰਡੀਆ, ਗਵਰਨਰ ਆਫ ਇੰਡੀਆ, ਸਪੀਕਰ, ਚੇਅਰਮੈਨ ਆਫ ਰਾਜ ਸਭਾ,
ਸਪੀਕਰ ਡੈਪਟੀ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਆਫ ਇੰਡੀਅਨ ਸਟੇਟ, ਚੇਅਰਮੈਨ ਡੈਪਟੀ ਲੈਜਿਸਲੇਟਿਵ ਕਾਊਂਸਿਲ ਦੇ ਲਈ ਗੱਲ ਕਰਦਾ, ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੱਜ ਲਈ ਗੱਲ ਕਰਦਾ, ਕੈਗ ਦੇ ਲਈ ਗੱਲ ਕਰਦਾ ਹੈਗਾ। ਕਈ ਵਾਰ ਨਾ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ ਵਾਈਸ ਪ੍ਰੈਜ਼ੀਡੈਂਟ ਦੀ ਸੈਲਰੀ ਹੁੰਦੀ ਹੈ ਨਹੀਂ ਹੁੰਦੀ ਹੈਗੀ, ਤਾਂ ਵਾਈਸ ਪ੍ਰੈਜ਼ੀਡੈਂਟ ਦੀ ਕੋਈ ਸੈਲਰੀ ਨਹੀਂ ਹੁੰਦੀ ਹੈਗੀ। ਵਾਈਸ ਪ੍ਰੈਜ਼ੀਡੈਂਟ ਨੂੰ ਸੈਲਰੀ ਨਾ ਰਾਜ ਸਭਾ ਦੇ ਚੇਅਰਮੈਨ ਹੋਣ ਦੀ ਮਿਲਦੀ ਹੈ, ਨਾ ਕਿ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੋਣ ਦੀ ਮਿਲਦੀ ਹੈ। ਇਸ ਗੱਲ ਦਾ ਧਿਆਨ ਰੱਖਣਾ, ਬਹੁਤ ਵਾਰ ਕੁਐਸਚਨ ਪੁੱਛਿਆ ਗਿਆ, ਇਸ ਲਈ ਮੈਂ ਸੈਕਿੰਡ ਸ਼ਡਿਊਲ ਨੂੰ ਕਾਫੀ ਜ਼ਿਆਦਾ ਡਿਸਕਸ ਕਰ ਰਿਹਾ। ਤੇ ਹੁਣ ਜੇ ਮੈਂ ਕੁਐਸਚਨ ਦੇ ਉੱਪਰ ਆਵਾਂ ਤਾਂ ਜਿਹੜਾ ਆਪਣਾ ਕਨਸਟੀਟਿਊਸ਼ਨ ਦਾ 4th ਸ਼ਡਿਊਲ ਹੈ ਉਹ ਗੱਲ ਕਰਦਾ ਹੈਗਾ ਲੋਕੇਸ਼ਨ ਆਫ ਸੀਟਸ ਟੂ ਰਾਜ ਸਭਾ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਕਾਊਂਸਿਲ ਆਫ ਸਟੇਟਸ ਨੂੰ ਆਪਾਂ ਰਾਜ ਸਭਾ ਕਹਿੰਦੇ ਹਾਂ। ਤਾਂ ਆਨਸਰ ਹੋ ਜਾਊਗਾ ਇਹਦਾ ਆਪਸ਼ਨ ਨੰਬਰ ਏ 4th ਸ਼ਡਿਊਲ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ। 5th ਗੱਲ ਕਰਦਾ ਹੈਗਾ ਸ਼ਡਿਊਲ ਏਰੀਆ ਤੇ ਸ਼ਡਿਊਲ ਟਰਾਈਬ ਦੇ ਐਡਮਿਨਿਸਟ੍ਰੇਸ਼ਨ ਤੇ ਕੰਟਰੋਲ ਬਾਰੇ। ਤੇ 6th ਸ਼ਡਿਊਲ ਗੱਲ ਕਰਦਾ ਹੈਗਾ ਟਰਾਈਬਲ ਏਰੀਆਜ਼ ਬਾਰੇ, ਕਿਹੜੇ ਕਿਹੜੇ ਸਟੇਟਸ ਦੇ, ਆਸਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ। ਆ 4 ਸਟੇਟ ਨੇ, ਇਹਨਾਂ 'ਚ ਵੀ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ। ਕਰਨਗੇ ਕਿ ਤੁਹਾਨੂੰ 4 ਸਟੇਟ ਦੀ ਹਾਂ ਕੋਈ ਐਕਸਟਰਾ ਸਟੇਟ ਪਾ ਦੇਣਗੇ ਤੇ ਬੋਲਣਗੇ ਵੀ 6ਵੇਂ ਸ਼ਡਿਊਲ ਵਿੱਚ ਕਿਹੜਾ ਸਟੇਟ ਨਹੀਂ ਆਉਂਦਾ ਟਰਾਈਬਲ ਏਰੀਆਜ਼ ਦੇ ਐਡਮਿਨਿਸਟ੍ਰੇਸ਼ਨ ਲਈ। ਤਾਂ ਕਾਫੀ ਇੰਪੋਰਟੈਂਟ ਚੀਜ਼ਾਂ ਨੇ। ਹਾਂ, ਆਪਸ਼ਨ ਨੰਬਰ ਏ ਜਿਹੜਾ ਇਹਦਾ ਆਨਸਰ ਹੋ ਜਾਊਗਾ। ਨੈਕਸਟ ਗੱਲ ਕਰਦਾ ਦਾ ਮਾਸ ਆਫ ਏ ਬੋਡੀ ਐਟ ਦਾ ਸੈਂਟਰ ਆਫ ਅਰਥ ਇਜ਼, ਯਾਨੀ ਕਿ ਜੇਕਰ ਮੈਂ ਅਰਥ ਦੀ ਗੱਲ ਕਰਾਂ, ਪ੍ਰਿਥਵੀ ਦੀ, ਤਾਂ ਉਹਦੇ ਸੈਂਟਰ ਦੇ ਵਿੱਚ ਇੱਕ ਬੋਡੀ ਦਾ ਮਾਸ ਕਿੰਨਾ ਹੋਊਗਾ। ਧਿਆਨ ਰੱਖਿਓ, ਮੈਂ ਮਾਸ ਪੁੱਛਿਆ, ਵੇਟ ਨਹੀਂ ਪੁੱਛਿਆ, ਠੀਕ ਹੈ। ਦੋਨਾਂ 'ਚ ਫਰਕ ਹੈ, ਕਿਉਂਕਿ ਮਾਸ ਤੇ ਵੇਟ ਜਿਹੜੇ ਬਹੁਤ ਡਿਫਰੈਂਟ ਆਈਡੈਂਟੀਟੀ ਹੈ। ਕਿਉਂਕਿ ਜਿਹੜਾ ਮਾਸ ਹੁੰਦਾ ਹੈ ਨਾ ਉਹ ਕਦੇ ਵੀ ਚੇਂਜ ਨਹੀਂ ਹੁੰਦਾ ਹੈਗਾ, ਭਾਵੇਂ ਤੁਸੀਂ ਕਿੱਥੇ ਵੀ ਚਲੇ ਜਾਓ ਤੁਹਾਡਾ ਮਾਸ ਹੁੰਦਾ ਰਹੂਗਾ। ਹਾਂ, ਵੇਟ ਦਾ ਕਾਫੀ ਫਰਕ ਪੈਣਾ, ਕਿਉਂਕਿ ਜਿਹੜਾ ਵੇਟ ਹੁੰਦਾ ਹੈ ਨਾ ਉਹ ਐਕਸੀਲਰੇਸ਼ਨ ਡਿਊ ਟੂ ਗ੍ਰੈਵਿਟੀ ਹੁੰਦਾ ਹੈਗਾ, ਤਾਂ ਇਸ ਕਰਕੇ ਵੇਟ ਜਿਹੜਾ ਚੇਂਜ ਹੁੰਦਾ ਰਹੂਗਾ, ਲੇਕਿਨ ਮਾਸ ਕਦੇ ਵੀ ਚੇਂਜ ਨਹੀਂ ਹੋਊਗਾ। ਤਾਂ ਇੱਥੇ ਮਾਸ ਬਾਰੇ ਪੁੱਛਿਆ ਹੈਗਾ ਤਾਂ ਆਨਸਰ ਕੀ ਹੋ ਜਾਊਗਾ, ਰਿਮੇਨਸ ਕੌਨਸਟੈਂਟ, ਆਪਸ਼ਨ ਨੰਬਰ ਬੀ। ਜੇ ਵੇਟ ਪੁੱਛਿਆ ਹੁੰਦਾ ਤਾਂ ਆਪਾਂ ਕਹਿ ਦਿੰਦੇ ਸੈਂਟਰ ਦੇ ਵਿੱਚ ਜਿਹੜਾ ਵੇਟ ਹੈ 0 ਹੋ ਜਾਂਦਾ, ਕਿਉਂਕਿ ਜੇ ਆਪਾਂ ਅਰਥ ਤੋਂ ਦੂਰ ਜਾਂਦੇ ਤਾਂ ਜੀ ਵੱਧਦਾ ਰਹੂਗਾ, ਅਤੇ ਜੇ ਸੈਂਟਰ ਦੇ ਥੱਲੇ ਨੂੰ ਆਉਂਦੇ ਰਹਾਂਗੇ ਤਾਂ ਜੀ ਘਟਦਾ ਰਹੂਗਾ। ਹੁਣ ਆਪਾਂ ਵੇਟ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਵੇਟ ਜਿਹੜਾ ਹੈਗਾ ਨੌਰਥ ਪੋਲ ਦੇ, ਯਾਨੀ ਕਿ ਪੋਲਸ ਦੇ ਉੱਪਰ ਹਮੇਸ਼ਾ ਕੀ ਹੋਊਗਾ, ਮੈਕਸਿਮਮ ਹੋਊਗਾ, ਅਤੇ ਇਕੁਏਟਰ ਦੇ ਉੱਪਰ ਕੀ ਹੋਊਗਾ, ਮਿਨੀਮਮ ਹੋਊਗਾ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ, ਬਹੁਤ ਵਾਰ ਰਿਪੀਟ ਹੋਇਆ ਹੈ, ਯਾਦ ਰੱਖਿਓ ਕਿ ਪੋਲ ਦੇ ਉੱਪਰ ਮਾਸ ਵੇਟ ਜਿਹੜਾ ਹੈ, ਵੇਟ ਕਹਿ ਰਿਹਾ ਮੈਂ, ਮਾਸ ਨਹੀਂ ਕਹਿ ਰਿਹਾ, ਵੇਟ ਜਿਹੜਾ ਉਹ ਮੈਕਸਿਮਮ ਹੋਊਗਾ ਅਤੇ ਮਿਨੀਮਮ ਹੋਊਗਾ ਇਕੁਏਟਰ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਮਾਸ ਬਾਰੇ ਗੱਲ ਕਰ ਰਿਹਾ ਸੀਗਾ। ਨੈਕਸਟ ਕੁਐਸਚਨ ਗੱਲ ਕਰ ਰਿਹਾ ਇੰਡੀਅਨ ਨੈਸ਼ਨਲ ਕਾਂਗਰਸ, ਯਾਨੀ ਕਿ INC ਵਾਜ਼ ਫਾਊਂਡਡ ਬਾय ਜਵਾਹਰ ਲਾਲ ਨਹਿਰੂ, ਮਾਈਕਲ ਹਿਊਮ, ਐਲਨ ਓਕਟੇਵੀਅਨ ਹਿਊਮ, ਜਿਹਨੂੰ ਕਿ ਆਪਾਂ AO ਹਿਊਮ ਵੀ ਕਹਿ ਦਿੰਦੇ ਹਾਂ, ਜਾਂ ਮਹਾਤਮਾ ਗਾਂਧੀ ਨੇ। ਭਾਜੀ ਇਹਦੀ ਸਥਾਪਨਾ ਹੋਈ ਸੀ ਦਸੰਬਰ 1885 ਦੇ ਵਿੱਚ। ਕਿਹਨੇ ਕੀਤੀ ਸੀਗੀ, AO ਹਿਊਮ ਨੇ। ਤਾਂ ਇਸੇ ਕਰਕੇ ਉਹਨਾਂ ਨੂੰ ਫਾਦਰ ਆਫ ਇੰਡੀਅਨ ਨੈਸ਼ਨਲ ਕਾਂਗਰਸ ਵੀ ਕਿਹਾ ਜਾਂਦਾ ਹੈ। ਅਤੇ ਇਸ ਟਾਈਮ ਜਿਹੜੇ ਗਵਰਨਰ ਜਨਰਲ ਸੀਗੇ ਇੰਡੀਆ ਦਾ ਉਹ ਸੀਗਾ ਲਾਰਡ ਡਫਰਿਨ। ਇਹਦੇ ਉੱਪਰ ਬਹੁਤ ਸਾਰੇ ਕੁਐਸਚਨ ਬਣਦੇ ਨੇ। ਇਹ ਕੁਐਸਚਨ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਪਹਿਲਾ ਇਹਦਾ ਸੈਸ਼ਨ ਹੋਇਆ ਸੀਗਾ ਉਹਦਾ ਵੈਨਿਊ ਕੀ ਸੀਗਾ। ਤਾਂ ਆਨਸਰ ਹੋ ਜਾਊਗਾ ਇਹਦਾ ਆਪਸ਼ਨ ਨੰਬਰ ਸੀ, ਕਿਉਂਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਪਰ ਨਾ ਮੈਂ ਜਿਹੜੀ ਮੇਰੀ ਮੋਡਰਨ ਹਿਸਟਰੀ ਦੀ ਸੀਰੀਜ਼ ਆ ਨਾ, ਇੰਨਾ ਡਿਟੇਲ ਦੇ ਵਿੱਚ ਦੱਸਿਆ ਹੈਗਾ। ਜਿੰਨੇ ਵੀ ਕੁਐਸਚਨ ਕਵਰ ਹੋ ਸਕਦੇ ਨੇ ਮੈਂ ਸਾਰੇ ਕੁਐਸਚਨ ਕਵਰ ਕੀਤੇ ਨੇ। ਤਾਂ ਇਸ ਚੀਜ਼ ਦੀ ਕਵਰ ਕਰਨ ਲਈ ਤੁਹਾਨੂੰ ਮੇਰੀ ਮੋਡਰਨ ਹਿਸਟਰੀ ਦੀ ਸੀਰੀਜ਼ ਦੇਖਣੀ ਪਊਗੀ ਜੀ। ਨੈਕਸਟ ਗੱਲ ਕਰਦੇ ਹਾਂ, ਇਹਨਾਂ ਵਿੱਚੋਂ ਕਿਹੜੇ ਫਸਟ ਇੰਡੀਅਨ ਨੇ ਜਿਨ੍ਹਾਂ ਨੂੰ ਰਮਨ ਮੈਗਸੇਸੇ ਅਵਾਰਡ ਮਿਲਿਆ। ਮਦਰ ਟੈਰੇਸਾ, RS ਲਕਸ਼ਮਣ, TN ਸੈਸ਼ਨ ਜਾਂ ਫਿਰ ਵਿਨੋਬਾ ਭਾਵੇ। ਤਾਂ ਪਹਿਲੀ ਵਾਰ ਮਿਲਿਆ ਸੀਗਾ ਕਮਿਊਨਿਟੀ ਲੀਡਰਸ਼ਿਪ ਦੇ ਵਿੱਚ 1958 ਦੇ ਵਿੱਚ। ਤਾਂ ਫਸਟ ਇੰਡੀਅਨ ਸੀਗੇ ਜੀ ਵਿਨੋਬਾ ਭਾਵੇ, ਜਿਨ੍ਹਾਂ ਨੂੰ ਆ ਅਵਾਰਡ ਮਿਲਿਆ ਸੀਗਾ। ਅਤੇ ਆਪਾਂ ਨੂੰ ਆ ਵੀ ਗੱਲ ਪਤਾ ਹੈ ਕਿ ਜਿਹੜਾ ਰਮਨ ਮੈਗਸੇਸੇ ਅਵਾਰਡ ਹੈ ਉਹ ਫਿਲੀਪੀਨਸ ਗੌਰਮੈਂਟ ਦਿੰਦੀ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਂ 'ਤੇ ਪਿਆ ਸੀਗਾ ਇਸ ਅਵਾਰਡ ਦਾ ਨਾਮ। ਨੈਕਸਟ ਗੱਲ ਕਰਦੇ ਹਾਂ, ਫਸਟ ਇੰਡੀਅਨ ਲੇਡੀ ਕਿਹੜੀ ਸੀਗੀ ਜਿਹੜੀ ਸਕਰੀਨ ਤੋਂ, ਯਾਨੀ ਕਿ ਸਿਨੇਮਾ ਵੱਲੋਂ ਆਈ ਸੀਗੀ, ਜੋ ਕਿ ਰਾਜ ਸਭਾ ਦੇ ਵਿੱਚ ਨੋਮੀਨੇਟ ਕੀਤੀ ਗਈ ਸੀ। ਆਪਾਂ ਨੂੰ ਪਤਾ ਹੈ ਕਿ ਰਾਜ ਸਭਾ ਦੇ ਵਿੱਚ 12 ਮੈਂਬਰ ਨੋਮੀਨੇਟ ਕੀਤੇ ਜਾ ਸਕਦੇ ਨੇ। ਅਤੇ ਜਿਹੜੀ ਪਹਿਲੀ ਲੇਡੀ ਕਿਹੜੀ ਸੀ ਜਿਹੜੀ ਇੰਡੀਅਨ ਸਕਰੀਨ ਤੋਂ ਨੋਮੀਨੇਟ ਕੀਤੀ ਗਈ ਸੀ, ਉਹ ਸੀਗੀ ਜੀ ਨਰਗਿਸ ਦੱਤ, ਸੰਜੇ ਦੱਤ ਦੀ ਮਦਰ। ਆਪਸ਼ਨ ਨੰਬਰ ਸੀ ਹੋਊਗਾ ਇਹਦਾ ਰਾਈਟ ਆਨਸਰ। ਨੈਕਸਟ ਗੱਲ ਕਰਦੇ ਹਾਂ, ਵਿੱਚ ਉਹਦਾ ਫੋਲੋਇੰਗ ਡਿਸੀਜ਼ ਅਕਰ ਡਿਊ ਟੂ ਬੈਕਟੀਰੀਅਲ ਇਨਫੈਕਸ਼ਨ, ਯਾਨੀ ਕਿ ਇਹਨਾਂ ਚਾਰਾਂ ਵਿੱਚੋਂ ਕਿਹੜਾ ਡਿਸੀਜ਼ ਹੈਗਾ ਜਿਹੜਾ ਬੈਕਟੀਰੀਆ ਦੇ ਕਾਰਨ ਹੁੰਦਾ ਹੈਗਾ। ਸਮਾਲ ਪੋਕਸ ਅਤੇ ਮਮਸ ਦਾ ਜਿਹੜਾ ਹੈ ਜੀ ਉਹ ਹੁੰਦਾ ਹੈਗਾ ਵਾਇਰਸ ਕਰਕੇ। ਅਤੇ ਜਿਹੜਾ ਲੈਪਰਸੀ ਹੈ ਜਿਹਨੂੰ ਆਪਾਂ ਹੈਂਸਨਸ ਡਿਸੀਜ਼ ਵੀ ਕਹਿ ਦਿੰਦੇ ਹਾਂ, ਇਹ ਕੋਜ਼ ਕਰਦਾ, ਇਹ ਹੁੰਦਾ ਹੈਗਾ ਜੀ ਬੈਕਟੀਰੀਆ ਕਰਕੇ, ਕੋਜ਼ਡ ਬਾਏ ਬੈਕਟੀਰੀਆ ਮਾਈਕੋਬੈਕਟੀਰੀਅਮ ਲੈਪਰੇ ਅਤੇ ਮਾਈਕੋਬੈਕਟੀਰੀਅਮ ਲੈਪਰੋਮੈਟੋਸਿਸ। ਆਹ ਜਿਹੜੇ ਬੈਕਟੀਰੀਆ ਨੇ ਇਹਨਾਂ ਕਰਕੇ ਆਹ ਡਿਸੀਜ਼ ਹੁੰਦਾ ਹੈਗਾ। ਤਾਂ ਆਪਸ਼ਨ ਨੰਬਰ ਸੀ ਇਹਦਾ ਸਹੀ ਆਨਸਰ ਹੋਊਗਾ। ਤਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਆਈ ਥਿੰਕ 2 ਕੁਐਸਚਨ ਨਾ ਘੱਟ ਰਹਿ ਗਏ ਨੇ। ਜਿਹੜੀ ਨੈਕਸਟ ਵੀਡੀਓ ਹੋਊਗੀ ਨਾ ਉਹਦੇ ਵਿੱਚ ਮੈਂ 22 ਕੁਐਸਚਨ ਕਰ ਦਾਂਗਾ, ਯਾਨੀ ਕਿ ਤੁਹਾਡੇ 3rd ਪਾਰਟ ਦੇ ਵਿੱਚ ਨਾ ਟੋਟਲ ਜਾ ਕੇ 60 ਕੁਐਸਚਨ ਕਵਰ ਹੋ ਜਾਣਗੇ। ਤਾਂ ਆਹ ਸੀਗਾ ਆਪਣਾ ਅੱਜ ਦਾ ਸੈਸ਼ਨ। ਤੁਹਾਨੂੰ ਸੈਸ਼ਨ ਕਿੱਦਾਂ ਲੱਗਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਮੈਨੂੰ ਦੱਸ ਸਕਦੇ ਹੋ। ਜੇ ਤੁਸੀਂ ਕੋਈ ਇੰਪਰੂਵਮੈਂਟ ਚਾਹੁੰਦੇ ਹੋ, ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ, ਤਾਂ ਕਮੈਂਟਸ ਬਾਕਸ ਤੁਹਾਡੇ ਲਈ ਖੁੱਲ੍ਹਾ ਹੈ ਜੀ। ਤੁਸੀਂ ਬੇਫਿਕਰ ਹੋ ਕੇ ਬੇਸੋਚ ਹੋ ਕੇ ਲਿਖ ਸਕਦੇ ਹੋ ਕਿ ਤੁਸੀਂ ਚਾਹੁੰਦੇ ਹੋ।
ਤੇ ਜੇ ਵੀਡੀਓ ਤੁਹਾਨੂੰ ਸੱਚੀ ਲੱਗ ਰਿਹਾ ਵੀ ਹਾਂ ਫਾਇਦਾ ਹੋ ਰਿਹਾ ਤਾਂ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਸ਼ੇਅਰ ਵੀ ਕਰੋ ਤਾਂ ਕਿ ਹੋਰ ਬੰਦੇ ਆਪਣੇ ਨਾਲ ਜੁੜਨ। ਤਾਂ ਥੈਂਕਸ ਫॉर ਵਾਚਿੰਗ ਜੀ। ਜਲਦੀ ਲੈ ਕੇ ਆਵਾਂਗੇ ਦਾ ਤੀਜਾ ਪਾਰਟ ਵੀ, ਜੋਗ੍ਰਾਫੀ ਦੇ ਉੱਪਰ ਵੀ ਕੰਮ ਚੱਲ ਰਿਹਾ ਤੇ ਪੋਲਿਟੀ ਦੇ ਉੱਪਰ ਵੀ। ਤਾਂ ਜਲਦੀ ਮਿਲਾਂਗੇ ਤੁਹਾਡੇ ਨਾਲ। ਜੈ ਹਿੰਦ।